ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨ ਬੇਦੀ। ਸੂਬੇ ਦੇ ਵਿੱਚ ਇਸ ਵੇਲੇ ਬਿਜਲੀ ਸੰਕਟ ਮੁੜ ਤੋਂ ਜਿਹੜਾ ਹੈ ਗਹਿਰਾਉਂਦਾ ਜਾ ਰਿਹਾ। 3-3 ਘੰਟੇ ਦੇ ਕੱਟ ਵੀ ਲੱਗ ਰਹੇ ਨੇ, ਕਈ ਥਾਵਾਂ ਤੇ ਵੱਧ ਵੀ ਲੱਗ ਰਹੇ ਨੇ। ਇੱਕ ਪਾਸੇ ਤਾਂ ਉਦਯੋਗਪਤੀ ਬਹੁਤ ਪਰੇਸ਼ਾਨ ਸੀ, ਤਾਂ ਦੂਜੇ ਪਾਸੇ ਹੁਣ ਜਿਹੜੇ ਕਿਸਾਨ ਨੇ ਉਹ ਵੀ ਸੜਕਾਂ ਤੇ ਉਤਰ ਆਏ ਨੇ। ਅੱਜ ਪੰਜਾਬ ਭਰ ਦੇ ਵਿੱਚ ਪਾਵਰਕਾਮ ਦਫ਼ਤਰਾਂ ਦਾ ਘਿਰਾਓ ਕਰਕੇ ਤਿੱਖਾ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 8 ਘੰਟੇ ਦਾ ਵਾਅਦਾ ਕੀਤਾ ਗਿਆ ਸੀ, ਪਰ 2 ਤੋਂ 3 ਘੰਟੇ ਹੀ ਸਪਲਾਈ ਜਿਹੜੀ ਮਿਲ ਪਾ ਰਹੀ ਹੈ। ਸੀਜ਼ਨ ਦੇ ਦਿਨ ਨੇ, ਤਾਂ ਇਹਦੇ ਉੱਤੇ ਹੀ ਗੱਲਬਾਤ ਕਰਨੀ ਹੈ। ਸਾਡੇ ਨਾਲ ਮਹਿਮਾਨ ਵੀ ਨੇ, ਕਿਉਂਕਿ ਕੋਲੇ ਦਾ ਸਟਾਕ ਲਗਾਤਾਰ ਘਟ ਰਿਹਾ ਤੇ ਕਈ ਥਰਮਲ ਦੇ ਯੂਨਿਟ ਵੀ ਜਿਹੜੇ ਬੰਦ ਹੋਏ ਨੇ ਤੇ ਲੋਕਾਂ ਨੂੰ ਦਿੱਕਤ ਆ ਰਹੀ ਹੈ। ਸਭ ਤੋਂ ਪਹਿਲਾਂ ਤੁਹਾਡੇ ਨਾਲ ਤਾਰੁਫ ਕਰਾ ਦਈਏ ਮਹਿਮਾਨਾਂ ਦਾ। ਰਾਜੀਵ ਜੈਨ ਨੇ, ਉਦਯੋਗਪਤੀ ਨੇ। ਦਲਜੀਤ ਸਿੰਘ ਚੱਕ ਨੇ, ਜਨਰਲ ਸੈਕਟਰੀ ਨੇ BKU ਲੱਖੋਵਾਲ ਦੇ। SS ਚੰਨੀ ਨੇ, ਸਪੋਕਸਪਰਸਨ ਨੇ ਪੰਜਾਬ ਭਾਜਪਾ ਤੋਂ। ਔਰ ਕੰਵਰ ਹਰਪ੍ਰੀਤ ਸਿੰਘ ਨੇ, ਸੀਨੀਅਰ ਆਗੂ ਨੇ ਪੰਜਾਬ ਕਾਂਗਰਸ ਦੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ ਜੀ। ਪਹਿਲਾ ਸਵਾਲ ਹਰਪ੍ਰੀਤ ਜੀ ਤੋਂ ਲੈਂਦੇ ਹਾਂ। ਹਰਪ੍ਰੀਤ ਜੀ, ਸਰਕਾਰ ਤੁਹਾਡੀ ਹੈ, ਤਖਤਾ ਪਲਟ ਵੀ ਹੋਇਆ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਈਆਂ ਕਿ ਕਮਾਨ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਹੱਥ ਆ ਗਈ ਤੇ ਸਭ ਕੁਝ ਠੀਕ ਹੋ ਜਾਵੇਗਾ, ਪਰ ਹਾਲਾਤ ਕਿੱਧਰ ਜਾ ਰਹੇ ਨੇ? ਹੁਣ ਤਾਂ ਬਿਜਲੀ ਦੇ ਕੱਟਾਂ ਨੇ ਲੋਕ ਮੁੜ ਤੋਂ ਪਰੇਸ਼ਾਨ ਕਰਤੇ। ਦੇਖੋ ਗਗਨ ਜੀ, ਗੱਲ ਇਹ ਹੈ ਕਿ ਬਿਜਲੀ ਦੇ ਕੱਟਾਂ ਦੀ ਜਿਹੜੀ ਪ੍ਰੋਬਲਮ ਹੈ ਫੇਸ ਕਰ ਰਹੇ ਹੈ ਪੰਜਾਬ ਦੀ ਇੰਡਸਟਰੀ। ਇਹ ਗੱਲ ਜਿਹੜਾ ਇਤਰਾਜ਼ ਹੈ ਜਾਂ ਉਹਨਾਂ ਦੀ ਨਾਰਾਜ਼ਗੀ ਹੈ ਉਹ ਵੀ ਸਰਕਾਰ ਦੇ ਪ੍ਰਤੀ ਜਾਇਜ਼ ਹੈ। ਲੇਕਿਨ ਮੈਂ ਇੱਕ ਗੱਲ ਇੱਥੇ, ਕਿਉਂਕਿ ਇਹ ਸਾਰਾ ਮਸਲਾ ਜੁੜਿਆ ਹੋਇਆ ਹੈ ਕੋਲੇ ਨਾਲ ਤੇ ਥਰਮਲ ਪਲਾਂਟ ਦੇ ਕਾਰਨ ਇਹ ਸਭ ਹੋਇਆ। ਕਾਂਗਰਸ ਪਾਰਟੀ ਦੀ ਸਰਕਾਰ ਕੋਈ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਈ ਗੱਲ ਕਰਦੀ ਹੈ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਕਿ ਇਸ ਦੇ ਵਿੱਚ ਬਿਜਲੀ ਕੰਪਨੀਆਂ ਦੀ ਨੈਗਲੀਜੈਂਸ ਹੈ ਜਾਂ ਅਫਸਰਾਂ ਦੀ ਕੋਈ ਲਾਪਰਵਾਹੀ ਹੈ। ਪਰ ਹਰਪ੍ਰੀਤ ਜੀ, ਗੱਲ ਤਾਂ ਇਹ ਹੈ ਨਾ, ਦੇਖਣਾ ਤਾਂ ਇਹ ਫਿਰ ਗਵਰਨਮੈਂਟ ਨੇ ਹੁੰਦਾ ਨਾ। ਨੈਗਲੀਜੈਂਸੀ ਜਿਹਦੀ ਵੀ ਆ, ਭੁਗਤ ਤਾਂ ਲੋਕ ਰਹੇ ਨੇ। ਮਹਿਕਮਾ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੋਲ ਹੈ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲ ਸੀ। ਔਰ ਕੇਂਦਰੀ ਬਿਜਲੀ ਮੰਤਰੀ ਦਾ ਵੀ ਬਿਆਨ ਹੈ ਔਨ ਰਿਕਾਰਡ, ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਹੈ, ਇਹ ਸਰਕਾਰ ਦੀ ਨਲਾਇਕੀ ਹੈ, ਕੋਲੇ ਦਾ ਪੂਰਾ ਸਟਾਕ ਹੈ ਸਾਡੇ ਕੋਲ। ਪੰਜਾਬ ਸਰਕਾਰ ਨਾ ਤਾਂ ਪੰਜਾਬ ਵਿੱਚੋਂ ਕੋਲਾ, ਨਾ ਪੰਜਾਬ ਸਰਕਾਰ ਤੌਰ ਤੇ ਕੋਲੇ ਦੀ ਖਰੀਦ ਕਰਦੀ ਹੈ। ਸੋ ਇਸ ਕਰਕੇ ਕੇਂਦਰ ਸਰਕਾਰ ਦੀ ਮੈਂ ਇਹ ਚੀਜ਼ ਕਹਿ ਰਿਹਾ ਵਾਂ, ਫਿਰ ਕੋਲੇ ਦਾ ਸਟਾਕ ਕਿਹਨੇ ਮੇਨਟੇਨ ਕਰਨਾ ਹੁੰਦਾ? ਸਰਕਾਰਾਂ ਨੇ ਹੀ ਕਰਨਾ ਹੁੰਦਾ ਨਾ, ਤਾਂ ਹੋਰ ਤਾਂ ਕਿਸੇ ਨੇ ਕਰਨਾ ਨਹੀਂ ਹੁੰਦਾ। ਬਿਲਕੁਲ ਸਰਕਾਰੀ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਏਗੀ, ਉਹਨਾਂ ਦੇ ਵਿੱਚੋਂ ਜਿਸ ਕੇ ਕਾਰਵਾਈ ਹੋਏਗੀ ਉਹ ਤੇ ਬਣਦੀ ਕਾਰਵਾਈ। ਚਲੋ ਠੀਕ ਹੈ ਕਾਰਵਾਈ ਹੋਵੇਗੀ। ਤਾਂ ਸਵਾਲ ਇਹੀ ਹੈ, ਲੋਕੀ ਤਾਂ ਸਫਰ ਕਰ ਗਏ। ਤਾਂ ਆਪਾਂ ਰਾਜੀਵ ਜੈਨ ਜੀ ਵੀ ਨਾਲ ਨੇ। ਜੈਨ ਸਾਹਿਬ, ਤੁਸੀਂ ਸੁਣਿਆ ਹਰਪ੍ਰੀਤ ਜੀ ਹੋਰਾਂ ਦੀ ਗੱਲ, ਤਾਂ ਇਹਦੇ ਉੱਤੇ ਤੁਹਾਡਾ ਵੀ ਰਿਐਕਸ਼ਨ ਲੈ ਲੈਂਦੇ ਹਾਂ, ਕਿਉਂਕਿ ਕਿਸਾਨਾਂ ਦੇ ਨਾਲ ਨਾਲ ਇੰਡਸਟਰੀ ਬਹੁਤ ਭੁਗਤ ਰਹੀ ਹੈ। ਸਰ, ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਬਹੁਤ ਦੇਰ ਤੋਂ ਬਾਰ-ਬਾਰ ਕਹਿ ਰਹੇ ਹਾਂ ਕਿ ਸਾਨੂੰ ਇੰਡਸਟਰੀ ਨੂੰ ਇਲੈਕਟ੍ਰਿਸਿਟੀ ਪ੍ਰੋਬਲਮ ਆ ਰਹੀ ਹੈ। ਅਨਸ਼ਡਿਊਲਡ, ਪਹਿਲਾਂ ਤਾਂ ਅਨਸ਼ਡਿਊਲਡ ਕੱਟਸ ਨੇ, ਜਿਹੜਾ ਅਸੀਂ ਰਿਪਰੈਜ਼ੈਂਟੇਸ਼ਨ ਬਹੁਤ ਵਾਰ ਦੇ ਚੁੱਕੇ ਹਾਂ। ਹੁਣ ਕੀ ਹੋ ਰਿਹਾ ਹੈ ਕਿ ਇੱਕ ਨਵੀਂ ਕਰਤਾ ਜੀ, ਕੋਲ ਅਵੇਲੇਬਿਲਿਟੀ ਨਹੀਂ ਹੈ, ਕੋਲ ਨਹੀਂ ਹੈ, ਜਦਕਿ ਸੈਂਟਰ ਗਵਰਨਮੈਂਟ ਤਾਂ ਆਲਰੇਡੀ ਕਹਿੰਦੇ ਕਹਿ ਰਹੀ ਹੈ ਕਿ ਸਾਡੇ ਕੋਲ ਕੋਲ ਬਹੁਤ ਹੈ, ਉਹਦੀ ਕੋਈ ਪ੍ਰੋਬਲਮ ਨਹੀਂ ਹੈ। ਅਗਰ ਸਾਡੇ ਕੋਲ ਕੋਲ ਨਹੀਂ ਹੈਗਾ, ਸਾਡੇ ਥਰਮਲ ਪਲਾਂਟ ਤੁਸੀਂ ਬੰਦ ਕਰੀ ਜਾ ਰਹੇ ਹੋ, ਤੁਸੀਂ ਬੰਦ ਕਰ ਰਹੇ ਹੋ ਕਿ ਸਾਡੇ ਕੋਲ ਜੀ ਐਕਸੈਸ ਆਫ ਪਾਵਰ ਹੈ। ਪੰਜਾਬ ਵਾਸ ਸਲਫਰਸ ਸਟੇਟ ਕਹਿੰਦੇ ਪਹਿਲਾਂ। ਅੱਜ ਤੁਸੀਂ ਬਿਜਲੀ ਦਾ ਸੰਕਟ ਇਹੋ ਜਿਹਾ ਹੋ ਗਿਆ ਕਿ ਸਾਡੀ ਇੰਡਸਟਰੀ ਬੰਦ ਹੋਣ ਦੇ ਕਗਾਰ ਤੇ ਆ ਰਹੀ ਹੈ। ਹੁਣ ਹੀ ਸਿਰਫ 10 ਮਿੰਟ ਪਹਿਲਾਂ ਬਿਜਲੀ ਆਈ ਹੈ ਜੀ, ਜਸਟ 10 ਮਿੰਟਸ ਬਿਫੋਰ, ਅਨਸ਼ਡਿਊਲ ਕਰ। ਹੁਣ ਸਾਡੇ ਜਿਨ੍ਹਾਂ ਦੇ ਆਨਲਾਈਨ ਪ੍ਰੋਸੈਸ ਹੈ, ਜਿਨ੍ਹਾਂ ਕੋਲ ਕੰਪਿਊਟਰਾਈਜ਼ ਮਸ਼ੀਨਾਂ ਲੱਗੀਆਂ ਹੋਈਆਂ, ਜਿਨ੍ਹਾਂ ਕੋਲ ਜਿਹੜੇ ਸਿਸਟਮ ਇਹੋ ਲੱਗੇ ਹੋਏ ਨੇ, ਜਦੋਂ ਤੁਸੀਂ ਬਾਰ-ਬਾਰ ਬਿਜਲੀ ਜਾਏਗੀ ਆਏਗੀ, ਉਹ ਸਿਸਟਮ ਹੀ ਖਰਾਬ ਹੋ ਜਾਂਦੇ ਆ। ਤੁਹਾਨੂੰ ਬੜਾ ਸੈਟਬੈਕ ਬੈਠਦਾ, ਪਹਿਲੀ ਗੱਲ। ਦੂਜੀ ਗੱਲ, ਹੁਣ ਇੱਕ ਨਵਾਂ ਫਰਮਾਨ ਆਉਣਾ ਸ਼ੁਰੂ ਹੋ ਗਿਆ, ਲੋਕਾਂ ਨੂੰ ਨੋਟਿਸ ਆਉਣੇ ਸ਼ੁਰੂ ਹੋ ਗਏ ਹੈ, ACD, ਐਡਵਾਂਸ ਕੰਜ਼ੰਪਸ਼ਨ, ਐਡਵਾਂਸ ਜਿਹੜੇ ਕੰਜ਼ੰਪਸ਼ਨ ਚਾਰਜਿਸ ਹੈਗੇ ਹੈ, ਹੋਰ ਚਾਰਜਿਸ ਮੰਗੀ ਜਾਂਦੇ 1.5% ਆਫ ਯੋਰ ਬਿੱਲ, ਸਾਲ ਦਾ ਬਿੱਲ। ਉਹ ਕਾਹਦੇ ਵਾਸਤੇ ਮੰਗੀ ਜਾਂਦੇ ਹੋ ਜੀ? ਇੰਡਸਟਰੀ ਤਾਂ ਅੱਗੇ ਨਹੀਂ ਚੱਲਦੀ, ਤੁਸੀਂ ਡਬਲ ACD ਮੰਗੀ ਜਾਂਦੇ ਹੋ, ACD ਤੁਸੀਂ ਨਾਲ ਹੋਰ ਮੰਗੀ ਜਾ ਰਹੇ ਹੋ। ਤੁਸੀਂ ਦੇਖੋ ਨਾ, ਤੁਸੀਂ ਟੈਰਿਫ ਵਧਾਤਾ 6.5, ਹੁਣ ਅੱਜ ਜਨਰਲ ਇੰਡਸਟਰੀ ਨੂੰ 6.05 ਜਾਂ 6.08 ਲੱਗ ਰਿਹਾ, ਜਦਕਿ ਤੁਸੀਂ 5 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਸਭ ਕੁਝ ਇੰਕਲੂਡ ਕਰਕੇ। ਹੁਣ ਸਾਨੂੰ 10 ਰੁਪਏ 11 ਰੁਪਏ ਬਿਜਲੀ ਪੈਂਦੀ ਹੈ। ਅਸੀਂ ਕਿਵੇਂ ਕੰਪੀਟੀਟਿਵ ਹੋਵਾਂਗੇ? ਅਸੀਂ ਬਾਕੀ ਰਾਜਾਂ ਨਾਲ ਜਾਂ ਬਾਕੀ ਹਿੰਦੁਸਤਾਨ ਨਾਲ ਜਾਂ ਬਾਕੀ ਕਹਿੰਦੇ ਕੰਟਰੀਜ਼ ਨਾਲ ਕਿਵੇਂ ਅਸੀਂ ਆਪਣਾ ਮਾਲ ਵੇਚ ਪਾਵਾਂਗੇ? ਤੁਸੀਂ ਇੰਡਸਟਰੀ ਦਾ ਸਿਨੈਰੀਓ ਦੇਖੋ, ਇਸ ਵੇਲੇ ਇੰਡਸਟਰੀ ਬਹੁਤ ਘੋਰ ਮੰਦਾ ਹੋ ਗਿਆ। ਅਸੀਂ ਅਨਵਾਇਬਲ ਹੋ ਰਹੇ ਹਾਂ ਡੇ ਬਾਏ ਡੇ। ਪੰਜਾਬ ਦੀ ਵਾਇਬਿਲਿਟੀ ਖਤਮ ਹੋ ਰਹੀ ਜਾ ਰਹੀ ਹੈ ਡੇ ਬਾਏ ਡੇ ਤੇ।
ਇਹਦਾ ਸਾਨੂੰ ਬਹੁਤ ਜ਼ਰੂਰੀ ਹੈ। ਦੇਖੋ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਜਿਹੜਾ ਮਿਊਨਿਸਪਲ ਟੈਕਸ ਹੈ, ਫਿਰ ਈਡੀ ਹੈ, ਫਿਰ IDF ਹੈ, ਇਹ ਤੁਸੀਂ ਸਾਰੇ ਟੈਕਸ ਲਾਈ ਜਾਂਦੇ ਹੋ ਬਿਜਲੀ ਦੇ ਉੱਪਰ। ਸਾਰਾ ਕੁਛ ਇਹਦਾ ਮਤਲਬ ਭਾਰ ਇੰਡਸਟਰੀ ਨੇ ਚੱਲਣਾ ਹੈ, ਬਾਕੀ ਸਭ ਨੂੰ ਫ੍ਰੀ ਮਿਲਣੀ ਬਿਜਲੀ ਮਿਲਣੀ ਹੈ ਬਾਕੀਆਂ ਨੂੰ। ਠੀਕ ਹੈ, ਚੰਨੀ ਜੀ ਵੀ ਨਾਲ ਨੇ। ਚੰਨੀ ਸਾਹਿਬ, ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ 30 ਦਿਨਾਂ ਦੇ ਕੋਲੇ ਦਾ ਸਟਾਕ ਮੇਨਟੇਨ ਕਰਨਾ ਹੁੰਦਾ ਹੈ। ਹਰਪ੍ਰੀਤ ਜੀ ਥੋੜਾ ਜਿਹਾ ਨਾਰਾਜ਼ ਹੋ ਗਏ ਸੀ, ਔਰ ਜੋ ਗੱਲ ਹੈ ਤਾਂ ਦੇਖੋ ਗੱਲ ਸੱਚੀ ਹੈ। ਉਹ ਕਹਿੰਦੇ ਕਿ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਵੀ ਊਣਤਾਈ ਕੀਤੀ ਹੈ ਜਾਂ ਜਿਹੜੇ ਵੀ ਇਹਦੇ ਵਿੱਚ ਲਿਪਤ ਹੈਗੇ ਨੇ, ਪਰ ਜ਼ਿੰਮੇਵਾਰੀ ਤਾਂ ਬਣਦੀ ਹੈ ਸਰਕਾਰ ਦੀ ਬਣਦੀ ਹੈ, ਔਰ ਸਰਕਾਰ ਜਿਹੜਾ ਸਟੇਟ ਹੈੱਡ ਕਰਦਾ, ਮੁੱਖ ਮੰਤਰੀ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ, ਔਰ ਬੇਸਿਕ ਕਮਿਊਨਿਟੀਜ਼ ਦੇ ਵਿੱਚ ਹੈ ਕਿਹੜੇ ਤਰੱਕੀ ਦੇ ਦੌਰ ਦੇ ਵਿੱਚ ਲੋਕ ਜੀ ਰਹੇ ਨੇ ਤੇ ਅਜੇ ਵੀ ਐਡੇ ਐਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ। ਗਗਨ, ਗੱਲ ਇਹ ਹੈਗੀ ਹੈ, ਦੇਖੋ ਬਹੁਤ ਹੀ ਮੰਦਭਾਗ ਹੈ ਮੈਂ ਕਹੂੰਗਾ ਪੰਜਾਬ ਦਾ ਔਰ ਪੰਜਾਬ ਦੇ ਲੋਕਾਂ ਦਾ, ਖਾਸ ਕਰਕੇ ਪੰਜਾਬ ਦੇ ਵਪਾਰ ਦਾ, ਇੰਡਸਟਰੀ ਦਾ ਔਰ ਕਿਸਾਨੀ ਦਾ। ਕਿਉਂਕਿ ਕਿਸਾਨੀ ਕੀ, ਹੁਣ ਤਾਂ ਕੋਈ ਬੰਦਾ ਹੈ ਹੀ ਨਹੀਂ ਜਿਹੜਾ ਬਿਜਲੀ ਤੋਂ ਬਿਨਾਂ ਘੰਟਾ ਵੀ ਰਹਿ ਸਕਦਾ ਹੈਗਾ। ਬਾਕੀ ਚੀਜ਼ਾਂ ਤੋਂ ਬਿਨਾਂ ਤਾਂ ਹਸਪੀਟਲਸ ਨੇ, ਚਾਹੇ ਸਾਡੀਆਂ ਹੋਰ ਐਮਰਜੈਂਸੀ ਸਰਵਿਸਿਜ਼ ਨੇ, ਕੁਛ ਵੀ ਲੈ ਲਓ, ਕੋਈ ਚੀਜ਼ ਬਿਜਲੀ ਤੋਂ ਬਿਨਾਂ ਨਹੀਂ ਚੱਲਦੀ। ਇਹ ਹੁਣ ਕਹਿ ਰਹੇ ਵੀ ਅਸੀਂ ਅਫਸਰਾਂ ਦੀ ਜ਼ਿੰਮੇਵਾਰੀ ਫਿਕਸ ਕਰਾਂਗੇ। ਬਈ ਲੋਕਾਂ ਨੇ ਵੋਟਾਂ ਅਫਸਰਾਂ ਨੂੰ ਨਹੀਂ ਪਾਈਆਂ, ਲੋਕਾਂ ਨੇ ਵੋਟਾਂ ਤੁਹਾਡੇ ਮੈਨੀਫੈਸਟੋ ਨੂੰ ਪਾਈਆਂ ਸੀਗੀਆਂ, ਤੁਹਾਨੂੰ ਵੋਟਾਂ ਪਾਈਆਂ ਸੀ। ਜੇ ਅਫਸਰਾਂ ਨੇ ਸਰਕਾਰ ਚਲਾਉਣੀ ਹੋਵੇ ਫਿਰ ਤਾਂ ਰਾਸ਼ਟਰਪਤੀ ਰਾਜ ਲੱਗ ਜਾਂਦਾ। ਜੇ ਆਪਾਂ ਪਾਪੂਲਰ ਗਵਰਨਮੈਂਟ ਦੀ ਗੱਲ ਕਰ ਰਹੇ ਹਾਂ ਤਾਂ ਪਾਪੂਲਰ ਗਵਰਨਮੈਂਟ ਦੇ ਵਿੱਚ ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਔਰ ਚੁਣੇ ਹੋਏ ਨੁਮਾਇੰਦਿਆਂ ਦੀ ਕੈਬਨਿਟ ਬਣਦੀ ਹੈ, ਔਰ ਉਹਦਾ ਚੀਫ ਮਿਨਿਸਟਰ ਬਣਦਾ ਹੈ, ਔਰ ਉਹਨਾਂ ਨੇ ਕੰਮ ਅਫਸਰਾਂ ਤੋਂ ਲੈਣਾ ਹੁੰਦਾ ਹੈ, ਅਫਸਰਾਂ ਨੂੰ ਸੇਧ ਦੇਣੀ ਹੁੰਦੀ ਹੈ ਤਾਂ ਕਿ ਹਰ ਚੀਜ਼ ਜਿਹੜੀ ਹੈਗੀ ਆ ਉਹ ਵੇਲੇ ਸਿਰ ਹੋਵੇ। ਹੁਣ ਆਪ ਨੂੰ ਦੇਖ ਲਿਆ, ਆਪਾਂ 4.5 ਸਾਲਾਂ 'ਚ ਰੌਲਾ ਪਾਤਾ ਸਾਰਾ ਜੀ, PPA ਰੱਦ ਕਰ ਦਾਂਗੇ, ਹੋਰ ਬਹੁਤ ਬੜਾ ਕੁਛ ਹੋਇਆ ਕੁਛ ਨਹੀਂ, ਔਰ ਹੋਣਾ ਵੀ ਕੁਛ ਨਹੀਂ। ਕਿਉਂਕਿ ਉਹਨਾਂ ਕੋਲੇ ਜਿਹੜੇ ਪ੍ਰਾਈਵੇਟ ਪਲੇਅਰਸ ਹੈਗੇ ਨੇ, ਉਹਨਾਂ ਕੋਲ ਸੁਪਰੀਮ ਕੋਰਟ ਦੀ ਪ੍ਰੋਟੈਕਸ਼ਨ ਹੈਗੀ ਆ, ਉਹਦੇ ਵਿੱਚ ਇਨਵੈਸਟਮੈਂਟ ਆ ਬੈਂਕਾਂ ਦੀ। ਉਹ ਏਦਾਂ ਨਹੀਂ ਸਿਸਟਮ ਚੱਲ ਸਕਦਾ ਵੀ ਤੁਸੀਂ ਮਰਜ਼ੀ ਉਹਨੂੰ ਨਾਲੇ ਰੈਟਰੋਸਪੈਕਟਿਵ ਇਫੈਕਟ ਜਿਹੜਾ ਪਿਛਲੀ ਤਰੀਕ ਤੋਂ ਤੁਸੀਂ ਕੋਈ ਲਾਅ ਚੇਂਜ ਨਹੀਂ ਕਰ ਸਕਦੇ, ਕਿਸੇ ਨੂੰ ਕੋਈ ਅਧਿਕਾਰ ਨਹੀਂ। ਨਵੀਂ ਤਰੀਕ ਤੋਂ ਜ਼ਰੂਰ ਤੁਸੀਂ ਕੋਈ ਨਵਾਂ ਲਾਅ ਨਵੇਂ ਬੰਦਿਆਂ ਵਾਸਤੇ ਬਣਾ ਸਕਦੇ ਹੋ, ਪੁਰਾਣੇ ਪਲੇਅਰਸ ਵਾਸਤੇ ਨਵਾਂ ਲਾਅ ਵੀ ਤੁਸੀਂ ਜਿਹੜਾ ਹੈਗਾ ਉਹ ਨਹੀਂ ਬਣਾ ਸਕਦੇ। ਔਰ ਮੈਂ ਸਮਝਦਾ ਕਿ ਇਹ ਕੇਵਲ ਤੇ ਕੇਵਲ ਮਿਸਮੈਨੇਜਮੈਂਟ ਹੈ। ਔਰ ਮੈਨੂੰ ਬੜਾ ਤਰਸ ਆਉਂਦਾ ਚੰਨੀ ਸਾਹਿਬ ਤੇ ਕਿ ਉਹਨਾਂ ਵਿਚਾਰਿਆਂ ਨੂੰ ਕੋਈ ਬਹਿਣ ਨਹੀਂ ਦਿੰਦਾ, ਕੋਈ ਕੰਮ ਨਹੀਂ ਕਰਨ ਦਿੱਤਾ, ਕੋਈ ਖੱਬੀ ਬਾਂਹ ਇੱਕ ਬੰਦਾ ਖਿੱਚੀ ਜਾਂਦਾ, ਸੱਜੀ ਦੂਜਾ ਖਿੱਚੀ ਜਾਂਦਾ ਹੈ, ਔਰ ਉਹਦੀ ਜਿਹੜੀ 6-7 ਗੇੜੇ ਉਹਦੇ ਉੱਥੇ ਲੱਗੇ, ਆਪਣੇ ਦਿੱਲੀ ਦੇ ਲਾਗੇ, ਫਿਰ UP 'ਚ ਵੀ ਚਲੋ ਜਾਣਾ ਬਣਦਾ ਸੀ, ਚਲੇ ਗਏ, ਠੀਕ ਹੈ। ਪਰ ਗੱਲ ਇਹ ਹੈਗੀ ਹੈ ਕਿ ਇਹ ਅਫਸਰਾਂ ਨੂੰ ਸੇਧ ਦੇਣੀ ਹੁੰਦੀ ਹੈ ਔਰ ਅਫਸਰਾਂ ਤੋਂ ਕੰਮ ਲੈਣਾ ਹੁੰਦਾ। ਔਰ ਸਭ ਤੋਂ ਵੱਡਾ ਮਸਲਾ, ਜਿਸ ਤਰ੍ਹਾਂ ਜੈਨ ਸਾਹਿਬ ਦੱਸ ਰਹੇ, ਐਡਵਾਂਸ ਕੰਜ਼ੰਪਸ਼ਨ ਚਾਰਜਸ ਲੈਂਦੇ ਆ 2 ਮਹੀਨਿਆਂ ਦੇ। ਹੁਣ ਇਹ ਕਹਿੰਦੇ ਇੱਕ ਹੋਰ ਨਵਾਂ ਲਗਾਤਾ। ਜਦੋਂ ਤੁਸੀਂ ਐਡਵਾਂਸ ਚਾਰਜ ਲੈ ਰਹੇ ਆ 2 ਮਹੀਨਿਆਂ ਦੇ, ਤਾਂ ਫਿਰ ਤੁਹਾਡੇ ਕੋਲ 2 ਮਹੀਨੇ ਦਾ ਸਟਾਕ ਕੋਲੇ ਦਾ ਵੀ ਹੋਣਾ ਚਾਹੀਦਾ, ਜਿਹਦੇ ਨਾਲ ਤੁਸੀਂ ਲੋਕਾਂ ਨੂੰ ਜਿਹੜੀ ਬਿਜਲੀ ਹੈ ਉਹਦੀ ਸਪਲਾਈ ਕਰਨੀ ਹੈ। ਉਹ ਤੁਸੀਂ ਐਡਵਾਂਸ ਦੇਖੋ, ਇਹ ਜਿਹੜੇ ਕ੍ਰਾਈਸਿਸ ਡਿਫਿਕਲਟ ਸਿਚੁਏਸ਼ਨ ਹੈਗੀ ਹੈ, ਇੰਟਰਨੈਸ਼ਨਲ ਹੈਗੀ ਹੈ, ਨੈਸ਼ਨਲ ਹੈਗੀ ਹੈ, ਕਈ ਕੰਟਰੀਜ਼ ਦੇ ਵਿੱਚ ਚੱਲ ਰਿਹਾ ਹੈਗਾ, ਪਰ ਇਹ ਅਨਮੈਨੇਜੇਬਲ ਨਹੀਂ ਹੈਗੀ, ਡਿਫਿਕਲਟ ਸਿਚੁਏਸ਼ਨ ਹੈ। ਔਰ ਉਹਦੇ ਵਿੱਚ ਜਿਹੜਾ ਇੰਪੋਰਟਡ ਕੋਲ ਸੀਗਾ ਫਿਲੀਪਾਈਨ ਤੋਂ ਆਉਂਦਾ ਸੀ, ਉਹ ਮਾਰਚ ਦੇ ਵਿੱਚ $60 ਦਾ ਟਨ ਆਉਂਦਾ ਸੀ ਗ੍ਰੋਸ ਐਜ਼ ਅਰਾਈਵਡ, ਹੁਣ ਉਹ 160 ਹੋ ਗਿਆ। ਜਿਹੜੇ ਇੰਪੋਰਟਡ ਕੋਲ, ਫਾਈਨ ਕੁਆਲਿਟੀ ਕੋਲ ਤੇ ਚੱਲਦੇ ਸੀਗੇ ਪਲਾਂਟ, ਉਹਨਾਂ ਨੇ ਉਹ ਪਲਾਂਟ ਬੰਦ ਕਰਤੇ ਜਾਂ ਡੋਮੈਸਟਿਕ ਕੋਲ ਤੇ ਸ਼ੁਰੂ ਕਰਤਾ। ਡੋਮੈਸਟਿਕ ਕੋਲ ਦਾ ਜਿਹੜੀ ਪ੍ਰੋਡਕਸ਼ਨ ਹੈਗੀ ਆ, ਹਾਲਾਂਕਿ ਪਿਛਲੇ ਸਾਲ ਨਾਲੋਂ 24% ਕੋਲ ਇੰਡੀਆ ਲਿਮਟਿਡ ਦੀ ਪ੍ਰੋਡਕਸ਼ਨ ਜ਼ਿਆਦਾ ਹੈ, ਪਰ ਕਿਉਂਕਿ ਉਹ ਇੱਧਰ ਸ਼ਿਫਟ ਕਰ ਗਈ, ਉਹਦੇ ਨਾਲ ਸਟਿਚ ਆਊਟ ਹੋਰ ਹੋ ਗਿਆ ਸਿਸਟਮ। ਪਰ ਇਹ ਨਹੀਂ ਹੈਗਾ ਕਿ ਕੋਲ ਨਹੀਂ ਹੈਗਾ, ਕੋਲ ਤਾਂ ਰੋਜ਼ ਨਿਕਲਦਾ, ਰੋਜ਼ ਡਿਸਪੈਚ ਹੁੰਦਾ, ਰੋਜ਼ ਪ੍ਰਬੰਧਾਂ ਨੂੰ ਸੁਚਾਰੂ ਕਰਨ ਦੀ ਗੱਲ ਹੈ ਕਿ ਅਗਾਊਂ ਪ੍ਰਬੰਧ ਹੋਣੇ ਚਾਹੀਦੇ ਸੀ। ਠੀਕ ਹੈ, ਸਾਡੇ ਨਾਲ ਦਲਜੀਤ ਸਿੰਘ ਚੱਕ ਵੀ ਨੇ। ਬਿਲਕੁਲ ਬਿਲਕੁਲ। ਰਾਦਰ, ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਪੰਜਾਬ ਹਮੇਸ਼ਾ ਸਰਪਲਸ ਹੁੰਦਾ ਬਿਜਲੀ ਦੇ ਵਿੱਚ, ਔਰ ਇਹ ਪੈਸੇ ਕਮਾਉਂਦੇ ਨੇ। ਪਿਛਲੇ 1 ਸਾਲ ਪਹਿਲਾਂ 400 ਕਰੋੜ ਰੁਪਏ ਇਕੱਲੇ ਅਕਤੂਬਰ ਦੇ ਵਿੱਚ ਇਹਨਾਂ ਨੇ ਮਹਿੰਗੇ ਮੁੱਲ ਤੇ ਬਿਜਲੀ ਵੇਚ ਕੇ ਕੀਤਾ ਸੀ, ਔਰ ਹੁਣ ਸਾਡੇ ਕੋਲ ਆਪਦੇ ਕੋਲ ਨਹੀਂ ਹੈਗੀ। ਔਰ ਜਿਹੜੀ ਅਸੀਂ ਐਗਰੀਮੈਂਟ ਕਰ ਰਹੇ ਹਾਂ, ਕਦੇ 13 ਰੁਪਏ 52 ਪੈਸੇ, ਕਦੇ 11.5 ਰੁਪਏ, ਮਤਲਬ ਬਾਹਰੋਂ ਅਸੀਂ ਇੰਨੀ ਮਹਿੰਗੀ ਬਿਜਲੀ ਲੈ ਰਹੇ ਹਾਂ, ਔਰ ਲੋਕਾਂ ਦੀ ਤਰਾਹ ਹੋ ਰਹੀ ਹੈ। ਇਹ ਕਾਹਦੀ ਮੈਨੇਜਮੈਂਟ ਹੈ? ਮਤਲਬ ਇਹਨਾਂ ਨੂੰ ਬੈਠ ਕੇ ਕੋਈ ਕੰਮ ਦੀ ਗੱਲ ਕਰਨੀ ਚਾਹੀਦੀ ਹੈ, ਬਜਾਏ ਕਿ ਨਵੀਆਂ ਤੋਂ ਨਵੀਆਂ ਅਨਾਉਂਸਮੈਂਟ। ਇੱਕ ਪਾਸੇ ਕਹਿੰਦੇ ਇਹਨਾਂ ਕੋਲ ਪੈਸੇ ਹੈ ਨਹੀਂ, ਦੂਜੇ ਪਾਸੇ ਆ 2 ਕਿਲੋਵਾਟ ਦਾ ਬੈਨੀਫਿਟ ਤਾਂ ਕਿਸੇ ਨੇ ਮੰਗਿਆ ਹੀ ਨਹੀਂ।
ਉਹ 1200 ਕਰੋੜ ਰੁਪਏ ਦੀ ਹੋਰ ਨਵੀਂ ਲਾਇਬਿਲਿਟੀ ਕਰਤੀ। ਮਤਲਬ ਨਵੀਆਂ ਗੱਲਾਂ ਕਰੀ ਜਾ ਰਹੇ ਨੇ। ਜਿਹੜਾ ਰਿਸੋਰਸਿਸ ਨੂੰ ਮੋਬਿਲਾਈਜ਼ ਕਰਨਾ ਹੈਗਾ, ਜਿਹੜੇ ਰਿਸੋਰਸਿਸ ਦੇ ਨਾਲ ਬਿਜਲੀ ਕੋਲਾ ਲੈਣਾ ਹੈਗਾ, ਖਰੀਦਣੀ ਹੈਗੀ, ਲੋਕਾਂ ਨੂੰ ਪ੍ਰੋਵਾਈਡ ਕਰਨੀ ਹੈਗੀ ਹੈ, ਉਹਨਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ। ਬੜੀਆਂ ਗੱਲਾਂ ਕਰਨ ਵਾਲੀਆਂ ਨੇ, ਪਰ ਮੈਂ ਜ਼ਿਆਦਾ ਮੁੱਦੇ ਤੋਂ ਬਾਹਰ ਨਹੀਂ ਜਾ ਸਕਦਾ। ਸਿੰਘ ਚੱਕ ਵੀ ਨਾਲ ਨੇ, ਕਿਸਾਨ ਆਗੂ, ਵਾਪਸ ਕਰਦੇ ਆ ਤੁਹਾਡਾ ਰਾਬਤਾ। ਅੱਜ ਕਿਸਾਨਾਂ ਦੇ ਵੱਲੋਂ ਵੀ ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਹੋਏ ਨੇ, ਕੱਲ ਵੀ ਸੜਕਾਂ ਰੋਕੀਆਂ ਗਈਆਂ ਸੀ, ਸਪਲਾਈ ਨਹੀਂ ਮਿਲ ਪਾ ਰਹੀ ਪੂਰੀ। ਕਿਸਾਨਾਂ ਹੋਣਾ ਤਾਂ ਐਂ ਲੱਗਦਾ ਜੀ ਇਸ ਦੇਸ਼ ਦੇ ਵਿੱਚ ਕੋਈ ਗੁਨਾਹ ਹੋ ਗਿਆ ਜੀ। ਜਦੋਂ ਵੀ, ਚਾਹੇ ਉਹ ਸੈਂਟਰ ਸਰਕਾਰ ਲੈ ਲਓ, ਚਾਹੇ ਪੰਜਾਬ ਸਰਕਾਰ ਲੈ ਲਓ, ਕਿਸਾਨ ਤਾਂ ਸੜਕਾਂ ਤੇ ਰਹਿੰਦੇ ਆ, ਦਿਨ ਵੀ ਉੱਥੇ ਕੱਟਦਾ, ਰਾਤ ਵੀ ਉੱਥੇ ਕੱਟਦਾ ਆ। ਲਾਈਟ ਦੀ ਜਿਹੜੀ ਸਮੱਸਿਆ ਬੜੀ ਗੰਭੀਰ ਹੋ ਚੁੱਕੀ ਆ। ਅੱਜ ਜਦੋਂ ਕਿ ਲੋੜ ਸੀਗੀ ਲਾਈਟ ਦੀ, ਜਦੋਂ ਕਿ ਸਾਡੀਆਂ ਫਸਲਾਂ ਪੱਕਣ ਦੇ ਨੇੜੇ ਸੀ, ਉਹ ਸੋਕੇ ਨਾਲ ਹੀ ਪੱਕ ਚੱਲੀਆਂ ਨੇ। 5-5 4-4 ਕੁਇੰਟਲ ਜਿਹੜਾ ਪਰ ਏਕੜ ਝਾੜ ਘਟ ਰਿਹਾ ਵਾ, ਉਹਦੀ ਜ਼ਿੰਮੇਵਾਰੀ ਕੌਣ ਲਊਗਾ ਜੀ? ਇਸ ਕਰਕੇ ਹਰ ਜਿਹੜੀ ਮਾਰ ਪੈ ਰਹੀ ਹੈ ਕਿਸਾਨਾਂ ਨੂੰ ਪੈ ਰਹੀ ਆ। ਜੇ ਚਲੋ ਸਾਡੀ ਤਾਂ ਮਾਲਵੇ ਬੈਲਟ ਸੁਣਦੀ ਨਾ, ਜਿਨ੍ਹਾਂ ਦਾ ਨੁਕਸਾਨ ਹੋਇਆ, ਜੇ ਉਹਨਾਂ ਨੇ ਕੋਈ ਬਿਜਾਈ ਕਰਨੀ ਹੈ ਤਾਂ ਪਾਣੀ ਨਾਲ ਹੀ ਕਰਨੀ ਸੀ। ਡੀਜ਼ਲ ਇੰਨਾ ਮਹਿੰਗਾ ਹੋ ਗਿਆ ਕਿ ਹਰ ਬੰਦਾ ਉਹਨੂੰ ਮੁਹੱਈਆ ਨਹੀਂ ਕਰਾ ਸਕਦਾ, ਤੇ ਉਹ ਲਾਈਟ ਦੇ ਸਿਰ ਤੇ ਕਰਨੀ ਸੀਗੀ। ਇਸ ਕਰਕੇ ਲਾਈਟ ਨਾ ਆਉਣ ਕਰਕੇ ਸਾਰੇ ਪਾਸਿਓਂ ਹੀ ਜ਼ਿਮੀਂਦਾਰ ਨੂੰ ਮਾਰ ਪੈ ਰਹੀ ਹੈ, ਤੇ ਇਸ ਕਰਕੇ ਸਰਕਾਰ ਨੂੰ ਪਹਿਲਾਂ ਸੋਚਣਾ ਚਾਹੀਦਾ। ਅਸੀਂ ਤੇ ਹੈਰਾਨ ਹੁੰਦੇ ਹਾਂ ਕਿ ਸਾਡੀਆਂ ਜਿੰਨੀ ਵੀ ਸਿਆਸੀ ਪਾਰਟੀਆਂ ਨੇ, ਉਹ ਸਾਨੂੰ ਮੈਨੀਫੈਸਟੋ ਦੇ ਵਿੱਚ ਇਹ ਕਹਿ ਰਹੀਆਂ ਨੇ ਕਿ ਤੁਹਾਨੂੰ ਅਸੀਂ ਆਹ ਇੰਨੀ ਯੂਨਿਟ ਮਾਫ ਕਰ ਦਾਂਗੇ, ਏਦਾਂ ਦੀ ਪਲੈਨਿੰਗ ਕਰਾਂਗੇ ਲਾਈਟ ਵਾਸਤੇ, ਪਰ ਅੱਜ ਜਿਹੜੀ ਸਥਿਤੀ ਆ ਇਹ ਸਮੇਂ ਤੋਂ ਬਾਅਦ ਗੱਲ ਹੋ ਗਈ। ਠੀਕ ਹੈ, ਹਰਪ੍ਰੀਤ ਜੀ ਨਾਲ ਨੇ। ਹਰਪ੍ਰੀਤ ਜੀ ਦੇ ਦਿਓ ਇੱਕ ਇੱਕ ਕਰਕੇ ਜਵਾਬ। ਚੰਨੀ ਸਾਹਿਬ ਦੇ ਇਸ ਬਿਆਨ ਤੋਂ ਨਾ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਸੋਚ ਹੈ ਨਾ, ਉਹ ਜ਼ਾਹਰ ਹੁੰਦੀ ਹੈ ਕਿ ਗਰੀਬਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਨੇ ਕੋਈ ਫਾਇਦਾ ਦੇ ਦਿੱਤਾ, ਜਿਹਦੇ ਵਿੱਚ ਬਿੱਲ ਮਾਫ ਸਕੀਮ ਹੈ, ਤੇ ਉਹਦੇ ਵਿੱਚੋਂ ਇਹ ਤਰ੍ਹਾਂ ਦੀ ਗੱਲ ਕਰਕੇ ਕਿਸ ਤਰ੍ਹਾਂ ਦਾ ਰਾਜਨੀਤਿਕ ਫਾਇਦਾ ਲੱਭਣਾ ਚਾਹੁੰਦੇ ਨੇ, ਮੈਨੂੰ ਸਮਝ ਨਹੀਂ ਆਉਂਦਾ। ਲੇਕਿਨ ਗਰੀਬਾਂ ਔਰ ਹੇਠਲੇ ਵਰਗ ਦੇ ਪ੍ਰਤੀ ਜਿਹੜੀ ਇਹਨਾਂ ਦੀ ਸੋਚ ਹੈ, ਉਹ ਇਹਨਾਂ ਦੇ ਇਹਨਾਂ ਬਿਆਨਾਂ ਤੋਂ। ਹੁਣ ਜਿਸ ਤੱਕ ਗੱਲ ਹੈ ਜੀਤ ਸਿੰਘ ਚੱਕ ਹੋਰਾਂ ਦੀ, ਕਿ ਬਿਲਕੁਲ ਠੀਕ ਗੱਲ ਹੈ ਕਿ ਇਸ ਦੇਸ਼ ਦੇ ਵਿੱਚ ਕਿਸਾਨ ਹੋਣਾ ਇੱਕ ਗੁਨਾਹ ਹੋ ਗਿਆ, ਕਿਉਂਕਿ ਸੜਕਾਂ ਤੇ ਹੀ ਰਹਿਣਾ ਪੈਂਦਾ, ਵਿੱਚ ਹੀ ਹਮੇਸ਼ਾ ਦਿਨ ਰਾਤ ਕਈ ਲੰਬਾ ਸਮਾਂ ਜਿਹੜੇ ਆਪਣੇ ਭੈਣਾਂ ਭਰਾ ਸਾਰੇ ਹੀ ਉੱਥੇ ਕੋਈ ਦਿੱਲੀ ਦੇ ਮੁੱਢ ਜਾ ਕੇ, ਪੰਜਾਬ ਦੇ ਵਿੱਚ ਕੋਈ ਕਿਤੇ ਅਲੱਗ-ਅਲੱਗ ਥਾਵਾਂ ਤੇ ਪ੍ਰੋਟੈਸਟ ਕਰ ਰਹੇ ਆ, ਕਿਤੇ ਉਹਨਾਂ ਦੇ ਉੱਤੇ ਗੱਡੀਆਂ ਚੜ੍ਹ ਕੇ ਮਾਰਤਾ ਜਾਂਦਾ ਹੈ। ਬਿਲਕੁਲ ਠੀਕ ਗੱਲ ਹੈ। ਪੰਜਾਬ ਸਰਕਾਰ, ਪੰਜਾਬ ਦੀ ਕਾਂਗਰਸ ਪਾਰਟੀ, ਮੈਂ ਕਹਿੰਦਾ ਆਲ ਇੰਡੀਆ ਕਾਂਗਰਸ ਪਾਰਟੀ, ਜਿਸ ਤਰੀਕੇ ਨਾਲ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ, ਇਹ ਤੁਸੀਂ ਵੀ ਜਾਣਦੇ ਹੋ, ਸਾਰੀ ਦੁਨੀਆ ਦੇਖ ਰਹੀ ਹੈ। ਮਸਲਾ ਇਸ ਗੱਲ ਦਾ ਹੈ ਵੀ ਕੇਂਦਰ ਸਰਕਾਰ ਅੱਜ, ਮੇਰੀ ਇੱਕ ਮਿੰਟ ਬੇਨਤੀ ਸੁਣ ਲਓ, ਕੇਂਦਰ ਸਰਕਾਰ ਕਿਸਾਨਾਂ ਦੇ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ, ਤੇ ਅੱਜ ਪੰਜਾਬ ਦੇ ਵਿੱਚ ਦੀ ਕਮੀ ਹੈ। ਇਹਦੇ ਵਿੱਚ ਮੈਂ ਤੁਹਾਨੂੰ ਬਾਤ ਕਹਿੰਦਾ, ਕੇਂਦਰ ਸਰਕਾਰ ਦਾ ਕਿਉਂ ਨਹੀਂ ਪ੍ਰੋਵਾਈਡ ਕੀਤਾ ਜਾ ਰਿਹਾ ਕੋਲਾ ਸਮੇਂ ਸਿਰ, ਜਿਹੜਾ ਪੰਜਾਬ ਨੂੰ ਜ਼ਰੂਰਤ ਹੈ, ਔਰ ਜਿੰਨੀ ਜ਼ਰੂਰਤ ਹੈ ਪੰਜਾਬ ਨੂੰ ਕਿਉਂ ਕੀਤਾ ਜਾ ਰਿਹਾ? ਮੈਨੂੰ ਇਸ ਗੱਲ ਇਹ ਹੈ ਨਾ, ਕੇਂਦਰੀ ਬਿਜਲੀ ਮੰਤਰੀ ਦਾ ਔਨ ਰਿਕਾਰਡ ਬਿਆਨ ਹੈ, ਉਹ ਕਹਿੰਦੇ ਸਾਨੂੰ ਜਾਂ ਜਿੰਨੀ ਕੁ ਡਿਮਾਂਡ ਦੱਸਣਗੇ ਉਸ ਹਿਸਾਬ ਨਾਲ ਸਾਰਾ ਕੁਝ ਹੋ ਰਿਹਾ। ਸਾਡੇ ਕੋਲ ਤਾਂ ਕੋਲੇ ਦਾ ਬਹੁਤ ਸਟਾਕ ਹੈ, ਅਗਲੇ ਕਾਫੀ ਸਮੇਂ ਦਾ ਸਟਾਕ ਹੈ, ਮੇਨਟੇਨ ਨਹੀਂ ਕਹਿੰਦੇ ਕੀਤਾ ਗਿਆ। ਇਸ ਤਰ੍ਹਾਂ ਦੀਆਂ ਚੀਜ਼ਾਂ, ਗਲਤ ਚੀਜ਼ਾਂ ਚਲਾਈਆਂ ਜਾ ਰਹੀਆਂ ਨੇ। ਮੇਨਟੇਨ ਸਟਾਕ ਕਰਨਾ ਚਾਹੀਦਾ ਸੀ, ਕਹਿੰਦੇ ਕਿ ਅਨੁਮਾਨ ਦੇ ਤੌਰ ਤੇ 1 ਮਹੀਨੇ ਦਾ ਸਟਾਕ ਚਾਹੀਦਾ ਹੁੰਦਾ। ਬਿਲਕੁਲ ਠੀਕ ਗੱਲ ਹੈ, 1 ਮਹੀਨੇ ਦਾ ਸਟਾਕ ਚਾਹੀਦਾ ਹੁੰਦਾ ਹੈ। ਜੇਕਰ ਮੇਨਟੇਨ ਨਹੀਂ ਕੀਤਾ, ਤੇ ਜਿਹੜੇ ਮੈਂ ਪਹਿਲਾਂ ਕਹਿ ਚੁੱਕਿਆ, ਪੰਜਾਬ ਸਰਕਾਰ ਦੇ ਅਫਸਰ ਹੈ ਜਾਂ ਬਿਜਲੀ, ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ। ਨਾਲ ਦੀ ਨਾਲ ਉਹ ਗੱਲ ਖੁੱਲ੍ਹ ਕੇ ਸਾਹਮਣੇ ਥੋੜੇ ਦਿਨਾਂ 'ਚ ਹੀ ਆ ਜਾਊਗੀ ਵੀ ਕੀ ਕਾਰਨ ਰਿਹਾ, ਕਿਹਦੀ ਕਮੀ ਰਹੀ, ਕਿਸੇ ਕੇਂਦਰ ਸਰਕਾਰ ਵੱਲੋਂ ਕੋਈ ਕੋਆਪਰੇਸ਼ਨ ਦੀ ਕਮੀ ਰਹੀ ਹੈ, ਜਾਂ ਪੰਜਾਬ ਦੇ ਅਫਸਰਾਂ ਦੀ ਕੋਈ ਢਿੱਲ ਰਹੀ ਹੈ, ਤੇ ਉੱਤੇ ਕਾਰਵਾਈ ਕੀਤੀ ਜਾਏਗੀ। ਤੇ ਹਰਪ੍ਰੀਤ ਜੀ, ਜਿਨ੍ਹਾਂ ਦੇ ਕੋਲ ਮਹਿਕਮਾ ਹੁੰਦਾ ਉਹਨਾਂ ਦੀ ਜਵਾਬਦੇਹੀ ਕੋਈ ਨਹੀਂ ਬਣਦੀ। ਮੈਂ ਬਿਲਕੁਲ ਉਹੀ ਕਹਿ ਰਿਹਾ, ਜਿਨ੍ਹਾਂ ਦੇ ਕੋਲ ਮਹਿਕਮਾ ਹੁੰਦਾ ਉਹਨਾਂ ਨੇ ਜਾ ਕੇ ਪੂਰਾ ਕਰਨਾ, ਉਹਨਾਂ ਨੇ ਤਾਂ ਇਸ ਜਿਹੜੇ ਅਫਸਰਾਂ ਦੀ ਲਾਪਰਵਾਹੀ ਹੈ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਹੈ, ਔਰ ਕਾਰਵਾਈ ਕਰਕੇ ਉਸ ਚਲੋ ਠੀਕ ਹੈ। ਰਾਜੀਵ ਜੈਨ ਜੀ, ਜੈਨ ਸਾਹਿਬ, ਤੁਸੀਂ ਸਾਰਾ ਸੁਣੀ ਆ ਗੱਲ ਜੋ ਹਰਪ੍ਰੀਤ ਜੀ ਹੋਰਾਂ ਦੇ ਵੱਲੋਂ ਕਹੀ ਗਈ ਹੈ। ਕਾਂਗਰਸ ਦੀ ਸਰਕਾਰ ਹੈ, ਨੁਮਾਇੰਦੇ ਨੇ, ਤਾਂ ਉਹਨਾਂ ਦੀ ਗੱਲਾਂ ਵੀ ਬਹੁਤ ਮੈਟਰ ਰੱਖਦੀਆਂ ਨੇ, ਖਾਸ ਤੌਰ ਤੇ ਅੱਜ ਦੀ ਡਿਬੇਟ ਦੇ ਵਿੱਚ ਤੁਹਾਡਾ ਕਮੈਂਟ ਚਾਹਾਂਗੇ, ਕਿਉਂਕਿ ਵਪਾਰੀ ਵਰਗ, ਜਿਵੇਂ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਬਿਜਲੀ ਦੀ ਬਹੁਤ ਵੱਡੀ ਇੱਕ ਇੰਡਸਟਰੀ ਨੂੰ ਇੱਕ ਜ਼ਰੂਰਤ ਵੀ ਹੁੰਦੀ ਹੈ, ਤੇ ਬੈਕਬੋਨ ਹੀ ਹੈ ਇੰਡਸਟਰੀ ਦੀ ਬਿਜਲੀ। ਸਰ ਏਦਾਂ ਦੇਖੋ, ਤੁਸੀਂ ਐਕਸਕਿਊਜ਼ਸ ਜਿੰਨੀਆਂ ਮਰਜ਼ੀ ਦੇ ਲਓ, ਬਟ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਪੰਜਾਬ ਹੈ, ਸਪੈਸ਼ਲੀ ਸਾਡਾ ਲੁਧਿਆਣਾ ਹੈ, ਮੰਡੀ ਗੋਬਿੰਦਗੜ੍ਹ ਹੈ, ਜਲੰਧਰ ਹੈ, ਅੰਮ੍ਰਿਤਸਰ ਹੈ, ਇਹ ਇੰਡਸਟਰੀਅਲ ਬੈਲਟਸ ਨੇ।
ਜਿੱਥੇ ਇੰਡਸਟਰੀ ਚੱਲਦੀ ਹੈ, ਜਿਹੜੇ ਰੈਵਨਿਊ ਇਹਨਾਂ ਦਿੰਦੀ ਹੈ ਪੰਜਾਬ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਠੀਕ ਹੈ। ਲੇਕਿਨ ਮੈਂ ਇਹ ਗੱਲ ਕਹਿੰਦਾ ਕਿ ਅਸੀਂ ਅੱਜ ਇੰਨੇ ਸਾਲਾਂ ਬਾਅਦ ਵੀ ਕੋਲੇ ਤੇ ਡਿਪੈਂਡੈਂਟ ਆ। ਕਿਉਂ? ਸੋਲਰ એનર્ਜੀ, ਸਾਰੀ ਦੁਨੀਆ ਸੋਲਰ ਵੱਲ ਚਲ ਗਈ, ਜਰਮਨੀ ਵੀ ਚਲੇ ਗਏ, ਸਾਰੇ ਜਿੱਥੇ ਮਰਜ਼ੀ ਚਲ ਜਾਓ, ਅੱਜ ਦੀ ਰੇਟ ਸਾਰੇ ਸੋਲਰ ਵੱਲ ਜਾ ਰਹੇ ਨੇ। ਤੁਸੀਂ ਇੰਡਸਟਰੀ ਨੂੰ ਜਾਂ ਆਪਣੇ ਲੋਕਲ ਪੰਜਾਬ ਨੂੰ ਸੋਲਰ ਵਾਸਤੇ ਕਿਉਂ ਨਹੀਂ ਤਿਆਰ ਕਰਦੇ? ਅੱਜ ਤੁਸੀਂ ਸੋਲਰ ਨੂੰ ਤਿਆਰ ਕਰੋ, ਤੁਹਾਨੂੰ ਲੋੜ ਹੀ ਨਾ ਪਵੇ। ਕਿਸਾਨ ਆਪਣਾ ਰੋ ਰਹੇ ਨੇ। ਮੈਂ ਅੱਜ ਤੋਂ 20 ਸਾਲ ਪਹਿਲਾਂ ਮੈਂ ਨਾਈਜੀਰੀਆ ਜਾਂਦਾ ਸੀਗਾ, ਉੱਥੇ ਜਿਹੜੇ ਸੋਲਰ ਪੰਪਸ ਲੱਗਦੇ ਸੀਗੇ, 20 ਸਾਲ ਦੀ ਗੱਲ ਪਹਿਲਾਂ ਦੱਸਦਾ ਜੀ, ਠੀਕ ਹੈ। ਆਪਣੇ ਇੱਥੋਂ ਇੰਡੀਆ ਤੋਂ ਜਾਂਦਾ ਸੀਗਾ, ਸਾਡੇ ਇੱਥੇ ਰਾਧਾ ਸੋਲਰ ਵਾਲੇ ਨੇ, ਉਹ ਸੋਲਰ ਪੰਪ ਭੇਜਦੇ ਸੀ ਇੱਥੋਂ ਦੀ, ਉਹ ਉੱਥੇ ਕਰਦੇ ਸੀਗੇ। ਕੀ ਅਸੀਂ ਪੰਜਾਬ ਨਹੀਂ ਲਾ ਸਕਦੇ ਸੋਲਰ ਪੰਪ? ਇੱਕ ਕਿਸਾਨ ਵਿਚਾਰਾ ਰੋ ਰਿਹਾ ਕਿ ਮੈਨੂੰ ਬਿਜਲੀ ਨਹੀਂ ਮਿਲਦੀ, ਮੇਰੀ ਫਸਲ ਖਰਾਬ ਹੋ ਰਹੀ ਹੈ। ਤੁਸੀਂ ਕਿਸਾਨਾਂ ਨੂੰ ਸਬਸਿਡੀ ਦਿਓ, ਉੱਥੇ ਸੋਲਰ ਪੰਪ ਲਗਾਓ, ਸਭ ਨੂੰ ਕਹੋ ਵੀ ਭਾਈ ਤੁਸੀਂ ਸੋਲਰ ਜਨਰੇਸ਼ਨ ਕਰੋ, ਪਾਣੀ ਤੁਸੀਂ ਉੱਥੋਂ ਕੱਢੋ, ਜ਼ਮੀਨ ਤੁਸੀਂ ਪਾਣੀ ਆਪਣਾ ਇਸਤੇਮਾਲ ਕਰੋ, ਤਾਂ ਕਿ ਤੁਸੀਂ ਬੈਂਕ ਪਾਉਣ ਨਾ ਕਰੋ ਬਿਜਲੀ ਦੇ ਉੱਪਰ। ਏਦਾਂ ਹੀ ਇੰਡਸਟਰੀ ਨੂੰ ਵੀ ਕਹਿਣ ਤੁਸੀਂ ਭਾਈ ਆ ਸਬਸਿਡੀ ਲਾਓ, ਤੁਸੀਂ ਸੋਲਰ ਦੇ ਪਲਾਂਟ ਲਾਓ, ਆਪਣੀ ਛੱਤਾਂ ਦੇ ਉੱਪਰ ਲਗਾਓ ਸੋਲਰ, ਕਿਉਂਕਿ ਇਹ ਤਾਂ ਫ੍ਰੀ ਚੀਜ਼ ਹੈ, ਇਹ ਤਾਂ ਫ੍ਰੀ ਮਿਲਣੀ ਹੈ। ਐਟਲੀਸਟ ਅਸੀਂ ਘਰਾਂ ਦੇ ਵਿੱਚ ਹੋ ਗਿਆ ਕੁਛ, ਅਸੀਂ ਆਪਣੀ ਇੰਡਸਟਰੀ ਦੇ, ਚਲੋ ਵੱਡਾ ਲੋਡ ਨਹੀਂ ਲਾ ਸਕਦੇ, ਐਟਲੀਸਟ ਅਸੀਂ ਆਪਣੇ ਆਫਿਸ ਦਾ ਲੋਡ ਹੋ ਗਿਆ, ਕੁਛ ਹੋ ਗਿਆ, ਅਸੀਂ ਕਰ ਤਾਂ ਠੀਕ ਹੈ। ਤਾਂ ਨਵੀਨਪਨ ਆਉਣਾ ਚਾਹੀਦਾ ਸੀ, ਇਸ ਪਾਸੇ ਵੀ ਅਪਗ੍ਰੇਡੇਸ਼ਨ ਹੋਣੀ ਚਾਹੀਦੀ ਸੀ। ਅੱਛਾ ਠੀਕ ਹੈ, ਚੰਨੀ ਸਾਹਿਬ ਤੁਹਾਡੇ ਤੋਂ ਥੋੜਾ ਜਿਹਾ ਸਮਝਣਾ ਚਾਹਾਂਗੇ, ਤੁਸੀਂ ਸਿਸਟਮ ਦਾ ਵੀ ਬਹੁਤ ਕਰੀਬੀ ਤੌਰ ਤੇ ਹਿੱਸਾ ਰਹੇ ਹੋ। ਇਹ ਪੂਰਾ ਸਿਸਟਮ ਕੀ ਹੁੰਦਾ, ਕੀ ਹੈ ਤਾਣਾ ਬਾਣਾ? ਜਿਵੇਂ ਹੁਣੇ ਹਰਪ੍ਰੀਤ ਜੀ ਹੋਰੀ ਕਹਿ ਰਿਹਾ ਕਿ ਕਾਰਵਾਈ ਹੋਵੇਗੀ, ਜਿਹਦੀ ਵੀ ਊਣਤਾਈ ਹੈ, ਜਿਹਦੀ ਵੀ ਗਲਤੀ ਹੈ, ਪਰ ਜਿਹਦੇ ਅੰਡਰ ਮਹਿਕਮਾ ਹੁੰਦਾ ਹੈ, ਮੁੱਖ ਮੰਤਰੀ ਦੇ ਕੋਲ ਮਹਿਕਮਾ ਰਿਹਾ, ਹੁਣ ਵੀ ਚੰਨੀ ਜੀ ਹੋਰਾਂ ਕੋਲ ਇਹ ਮਹਿਕਮਾ, ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੋਲ ਕੋਈ ਰਿਵਿਊ ਵਗੈਰਾ ਨਹੀਂ ਹੁੰਦੇ ਕਿ ਰਿਵਿਊ ਕੀਤਾ ਜਾਂਦਾ ਕਿੰਨਾ ਕੋਲਾ ਰਹਿ ਗਿਆ? ਜਿਹਦੇ ਕੋਲ ਡਿਪਾਰਟਮੈਂਟ ਹੁੰਦਾ ਉਹਦੇ ਤੱਕ ਇਹ ਚੀਜ਼ਾਂ ਪਹੁੰਚਦੀਆਂ ਨੇ? ਦੇਖੋ ਗਗਨ, ਇਹ ਬਹੁਤ ਵੱਡੀ ਨਲਾਇਕੀ ਹੈ। ਕੰਸਰਨਡ ਮਿਨਿਸਟਰ, ਚਾਹੇ ਉਹ ਚੀਫ ਮਿਨਿਸਟਰ ਹੈ, ਚਾਹੇ ਉਹ ਮਿਨਿਸਟਰ ਕੈਬਨਿਟ ਮਿਨਿਸਟਰ ਹੈਗਾ, ਉਹਦੇ ਪੱਧਰ ਤੇ ਇਹ ਸਾਰਾ ਜਿਹੜਾ ਇੰਤਜ਼ਾਮ ਹੈ ਉਹ ਦੇਖਣਾ ਬਣਦਾ ਹੈਗਾ। ਅਫਸਰ ਉਹਨੂੰ ਜਵਾਬਦੇਹ ਨੇ, ਅਫਸਰਾਂ ਦੀ ਜਵਾਬਦੇਹੀ ਉਹਨੇ ਕਰਨੀ ਆ। ਆਪਾਂ ਦੇਖੋ ਰੋਜ਼ ਨਵੀਆਂ ਲਿਸਟਾਂ ਪੜ੍ਹਦੇ ਹਾਂ ਕਿ ਜਿਹੜੇ ਅਫਸਰ ਨਹੀਂ ਪਸੰਦ ਆਪਾਂ ਉਹਨਾਂ ਨੂੰ ਬਦਲ ਦਿੰਦੇ ਹਾਂ। ਜੇ ਅਫਸਰ ਕੋਈ ਨਹੀਂ ਕੰਮ ਕਰਦਾ ਉਹਨੂੰ ਬਦਲ ਦਿਓ, ਜੇ ਫਿਰ ਵੀ ਨਹੀਂ ਕੰਮ ਕਰਦਾ ਉਹਨੂੰ ਸਸਪੈਂਡ ਕਰ ਦਿਓ, ਫਿਰ ਵੀ ਨਹੀਂ ਕੰਮ ਕਰਦਾ ਉਹਨੂੰ ਡਿਸਮਿਸ ਕਰ ਦਿਓ। ਸਰਕਾਰ ਕੋਲ ਅਥਾਰਟੀ ਹੈ। ਪਰ ਜਿਹੜੀ ਗੱਲ ਪਤਾ ਕੀ ਹੈਗੀ, ਇੱਕ ਤਾਂ ਜਿਹੜੇ ਸਰਕਾਰੀ ਥਰਮਲ ਪਾਵਰ ਪਲਾਂਟਸ ਨੇ ਉਹਨਾਂ ਕੋਲੇ ਕੋਲਾ ਨਹੀਂ ਹੈਗਾ, ਫਿਰ ਜਿਹੜੇ ਪ੍ਰਾਈਵੇਟ ਥਰਮਲ ਪਾਵਰ ਪਲਾਂਟਸ ਹੈਗੇ ਨੇ ਉਹਨਾਂ ਦੀ ਵੀ ਮੋਨੀਟਰਿੰਗ ਸਰਕਾਰ ਨੇ ਕਰਨੀ ਹੈ ਕਿ ਕੀ ਉਹਨਾਂ ਕੋਲੇ 30 ਦਿਨ ਦਾ ਕੋਲਾ ਉਹਨਾਂ ਕੋਲੇ ਸਟਾਕ ਹੈਗਾ ਕਿ ਨਹੀਂ ਹੈਗਾ। ਹੁਣ ਇਹ ਜਿਹੜੀ ਸਮੱਸਿਆ ਹੈਗੀ ਹੈ ਕੁਝ ਸਟੇਟਾਂ 'ਚ, ਸਾਰੇ ਹਿੰਦੁਸਤਾਨ ਦੇ ਵਿੱਚ ਨਹੀਂ ਹੈਗੀ। ਜਿਨ੍ਹਾਂ ਨੇ ਕੋਲ ਪਹਿਲਾਂ ਲੈ ਕੇ ਰੱਖ ਲਿਆ, ਕਿਉਂਕਿ ਮੌਨਸੂਨ ਤਾਂ ਆਏ ਵਾਰੀ ਆਉਂਦੀ ਹੈ, ਡਿਸਪੈਚ ਘਟ ਜਾਂਦੀ ਹੈ, ਗੱਡੀਆਂ ਵੀ ਠੱਲ ਪੈ ਜਾਂਦੀ ਹੈ ਉਹ। ਪਰ ਜੇ ਸਾਡੇ ਕੋਲ ਸਟਾਕ ਹੋਏਗਾ ਤੇ ਫਿਰ ਸਾਨੂੰ ਇਹ ਸਿਰਦਰਦੀ ਨਹੀਂ ਬਣੇਗੀ। ਇਹ ਸਿਰਦਰਦੀ ਤਾਂ ਬਣੀ ਹੈ ਵੀ ਅਸੀਂ ਇਹਦੀ ਪਲੈਨਿੰਗ ਪ੍ਰੋਪਰ ਨਹੀਂ ਕਰ ਰਹੇ, ਔਰ ਰਾਦਰ ਬਹੁਤ ਮਹਿੰਗੇ, ਸਰਕਾਰ ਦਾ ਡਬਲ ਨੁਕਸਾਨ ਕਰ ਰਹੇ। ਅਸੀਂ ਹੋਰ ਬਹੁਤ ਮਹਿੰਗੀ ਬਿਜਲੀ ਲੈ ਕੇ ਦੇ ਰਹੇ ਹੈਗੇ, ਔਰ ਕਿਸਾਨਾਂ ਦਾ ਇੰਨਾ ਨੁਕਸਾਨ ਹੋ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਲਾਸਟ ਪਾਣੀ ਜਿਹੜਾ ਲਾਣਾ ਉਹਦੇ ਨਾਲ ਉਹਨਾਂ ਨੇ ਉਹਦੀ ਫਸਲ ਬੀਜਣੀ ਹੈ, ਔਰ ਇੰਡਸਟਰੀ ਬੜੀ ਮੁਸ਼ਕਲ ਦੇ ਨਾਲ ਖਰੀਦ ਕੇ ਫ੍ਰੀ ਵੀ ਦੇਣੀ ਹੈ, ਫਿਰ ਇੰਡਸਟਰੀ ਬੜੀ ਮੁਸ਼ਕਿਲ ਨਾਲ ਕਰੋਨਾ ਕਾਲ ਦੇ ਵਿੱਚੋਂ ਨਿਕਲੀ ਹੈ। ਤਿਉਹਾਰਾਂ ਦਾ ਸੀਜ਼ਨ ਚੱਲ ਪਿਆ, ਤਿਉਹਾਰ ਆ ਗਏ ਸਾਰੇ, ਤਾਂ ਉਹਦੀ ਹਰ ਚੀਜ਼ ਦੀ ਮੰਗ ਵੱਧ ਗਈ ਹੈਗੀ ਹੈ। ਫਿਰ ਵਿੰਟਰ ਸੀਜ਼ਨ ਆ ਰਿਹਾ ਹੈਗਾ, ਉਹਦੇ ਨਾਲ ਹੌਜ਼ਰੀ ਵਗੈਰਾ ਸਾਰੀਆਂ ਚੀਜ਼ਾਂ ਦੀ ਲੋੜ ਹੋਰ ਵੱਧ ਜਾਂਦੀ ਹੈਗੀ। ਤੇ ਮਤਲਬ ਇਹ ਆਹ ਤਾਂ ਟਾਈਮ ਸਾਡੇ ਕੋਲ ਕੋਈ ਐਕਸਕਿਊਜ਼ ਨਹੀਂ ਹੈਗਾ ਕਿ ਅਸੀਂ ਬਿਜਲੀ ਕਿਉਂ ਨਹੀਂ ਦੇ ਪਾ ਰਹੇ। ਔਰ ਹੁਣ ਤਾਂ ਡਿਮਾਂਡ ਵੀ ਘਟੀ ਹੋਈ ਹੈ, 14,500 ਤੋਂ 8 ਤੋਂ 9,000 ਮੈਗਾਵਾਟ ਦੀ ਡਿਮਾਂਡ ਹੈ ਸਿਰਫ, ਉਹਦਾ ਵੀ ਸਾਡੇ ਕੋਲ ਪ੍ਰਬੰਧ ਨਹੀਂ ਹੈਗਾ। ਔਰ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਕਰ ਰਹੇ ਹਾਂ, ਕੀ ਸੋਚ ਹੈ ਸਾਡੀ, ਕਿੱਧਰੋਂ ਜਾ ਰਹੇ ਅਸੀਂ। ਔਰ ਜਿਹੜੀ ਜਵਾਬਦੇਹੀ ਹੈ ਉਹ ਲੋਕਾਂ ਨੇ ਸਰਕਾਰ ਤੋਂ ਲੈਣੀ ਹੈ, MLA ਤੋਂ, ਮਿਨਿਸਟਰ ਤੋਂ, ਚੀਫ ਮਿਨਿਸਟਰ ਤੋਂ ਲੈਣੀ ਹੈ, ਅਫਸਰਾਂ ਥੋੜਾ ਲੈਣੀ ਹੈ। ਅਫਸਰ ਦੇ ਆਰ ਨੋਨ ਐਜ਼ ਫੇਸਲੈਸ। ਫੇਸਲੈਸ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਨੇ ਲੋਕਾਂ ਦੀ ਕਚਹਿਰੀ 'ਚ ਜਾ ਕੇ ਵੋਟਾਂ ਨਹੀਂ ਮੰਗਣੀਆਂ, ਆਪਦੀ ਕਾਰਗੁਜ਼ਾਰੀ, ਜਿਹੜੇ ਬੰਦੇ ਪਬਲਿਕ ਮਾਸਟਰਸ ਹੈਗੇ ਨੇ, ਜਿਹੜੇ ਸਾਡੇ ਨੁਮਾਇੰਦੇ ਹੈਗੇ ਨੇ, ਉਹਨਾਂ ਨੇ ਆਪਦਾ ਜਿਹੜਾ ਰਿਪੋਰਟ ਕਾਰਡ ਦੇਣਾ ਹੈਗਾ, ਉਹਨਾਂ ਨੇ ਦਿਖਾ ਕੇ ਵੋਟਾਂ ਮੰਗਣੀਆਂ ਵੀ ਅਸੀਂ ਆਹ ਕੰਮ ਕੀਤੇ ਨੇ। ਤੇ ਇਹੋ ਜਿਹੇ ਰਿਪੋਰਟ ਕਾਰਡ ਨਾਲ ਕਿੱਦਾਂ ਲੋਕਾਂ ਨੂੰ ਫੇਸ ਕਰਨਗੇ, ਕਿੱਦਾਂ ਸਾਰੀ ਬੰਦਿਆਂ ਨੂੰ ਫੇਸ ਕਰਨਗੇ? ਤਾਂ ਬਹੁਤ ਜ਼ਿਆਦਾ ਅਸੀਂ ਕ੍ਰਾਈਸਿਸ ਦੇ ਵਿੱਚ ਜਾ ਰਹੇ। ਹਰਪ੍ਰੀਤ ਜੀ ਤੋਂ ਕਮੈਂਟ ਲੈਣੇ ਆ, ਫਿਰ ਲਾਸਟ ਤੇ ਆਪਾਂ ਖਤਮ ਕਰਾਂਗੇ ਚੱਕ ਜੀ ਹੋਰਾਂ ਦੇ ਨਾਲ। ਹਰਪ੍ਰੀਤ ਜੀ, ਪ੍ਰਬੰਧ ਦਰੁਸਤ ਹੋ ਜਾਣਗੇ ਹੁਣ? ਲੈਕ ਆਫ ਪਲੈਨਿੰਗ ਦਾ ਨਾਮ ਦੇ ਰਹੇ ਨੇ। ਹਾਂਜੀ ਬਿਲਕੁਲ, ਲੈਕ ਆਫ ਪਲੈਨਿੰਗ ਦਾ ਨਾਮ ਦੇ ਰਹੇ ਨੇ, ਲੇਕਿਨ ਠੀਕ ਹੈ, ਇਹਨਾਂ ਦਾ ਆਪਣੀ ਜਗ੍ਹਾ ਕਹਿਣਾ ਦਰੁਸਤ ਹੈ, ਲੇਕਿਨ ਪਲੈਨਿੰਗ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਸਾਰੇ ਦੇਸ਼ ਦੇ ਵਿੱਚ।
ਜਿਸ ਢੰਗ ਨਾਲ ਭਾਰਤੀ ਜਨਤਾ ਪਾਰਟੀ ਸ਼ਾਸਿਤ ਸੂਬਿਆਂ ਦੇ ਵਿੱਚ ਪਿਛਲੇ ਕਰੋਨਾ ਕਾਲ ਦੇ ਸਮੇਂ ਆਕਸੀਜਨ ਦੀ ਕਮੀ ਨਾਲ ਮੌਤਾਂ ਹੋਈਆਂ, ਉਹਦਾ ਜਵਾਬ ਤਾਂ ਦੇ ਸਕੇ ਅੱਜ। ਤੇ ਸਾਡੀ ਇਹ ਲੈਕ ਆਫ ਪਲਾਨਿੰਗ ਨਾਲ ਗੱਲਾਂ ਕਰਦੇ ਆ, ਔਰ ਬਿਲਕੁਲ ਮੈਂ ਤੁਹਾਨੂੰ ਦੱਸ ਕੱਲ ਤੁਹਾਡੇ ਸਾਹਮਣੇ ਨਿਕਲ ਕੇ ਆ ਜੂਗੀ, ਜਾਂਚ ਹੋਣ ਦੀ ਦੇਰ ਹੈ ਕਿ ਕੇਂਦਰ ਸਰਕਾਰ ਦਾ ਜਿਹੜਾ ਨਾ ਰਵੱਈਆ ਕਰਕੇ ਸਾਥ ਹੋਇਆ, ਤੇ ਉਹਨਾਂ ਦੀ ਜਿਹੜੀ ਹੈ ਨਾਨ ਕੋਆਪਰੇਟਿਵ ਜਿਹੜੀ ਇੱਕ ਸੋਚ ਬਣੀ ਹੋਈ ਹੈ ਪੰਜਾਬ ਦੇ ਪ੍ਰਤੀ, ਖਾਸ ਕਰਕੇ ਕਿਉਂਕਿ ਪੰਜਾਬ ਕਿਸਾਨ ਮੋਹਰੀ ਸੂਬਾ ਹੈ ਤੇ ਪੰਜਾਬ ਦੀ ਸਰਕਾਰ ਨੇ ਕਿਸਾਨ ਅੰਦੋਲਨ ਦੇ ਵਿੱਚ ਕੇਂਦਰ ਸਰਕਾਰ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਕੇਂਦਰ ਸਰਕਾਰ ਦੇ ਕਾਨੂੰਨਾਂ ਦੇ ਉਲਟ ਕਿਸਾਨਾਂ ਦਾ ਸਮਰਥਨ ਕੀਤਾ, ਇਹ ਇੱਕ ਜਾ ਰਿਹਾ ਤੇ ਇਹ ਆਉਣ ਵਾਲੇ ਸਮੇਂ 'ਚ ਗੱਲ ਸਾਹਮਣੇ ਆ ਜਾਊਗੀ। ਬਾਕੀ ਪੰਜਾਬ ਦੇ ਠੀਕ ਹੈ ਨਹੀਂ ਹੈ ਜਿਹੜੇ ਇਹਨਾਂ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਵਿੱਚ ਲੋਕਾਂ ਨੂੰ ਸਾਹਮਣਾ ਫੇਸ ਕਰਨਾ ਪੈ ਰਿਹਾ ਜਿਹੜੇ ਸੰਕਟਾਂ ਦਾ। ਸੋ ਇਸ ਕਰਕੇ ਕਾਂਗਰਸ ਪਾਰਟੀ ਦੀ ਬੈਟਰਮੈਂਟ ਦੀ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਪਾਰਟੀ ਕਿਸ ਤਰ੍ਹਾਂ ਲੋਕਾਂ ਨੂੰ ਫੇਸ ਕਰੇਗੀ, ਉਹ ਚਿੰਤਾ ਛੱਡ ਕੇ ਆਪਦੀ ਜਨਤਾ ਮੰਨਦੇ ਆ ਕਿ ਜਲਦੀ ਦਰੁਸਤ ਹੋਣਗੇ। ਫਿਲਹਾਲ ਇੰਨਾ ਹੀ ਸਮਾਂ ਸਾਡੇ ਕੋਲ ਇੰਨਾ ਹੀ ਸੀ, ਸੀਮਤ ਸੀ। ਸਾਰੇ ਮਹਿਮਾਨਾਂ ਦਾ ਧੰਨਵਾਦ ਕਰ ਦਿੰਦੇ ਆ। ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਹੈ, ਲਗਾਤਾਰ ਕੱਟ ਲੱਗ ਰਹੇ ਨੇ, ਤਾਂ ਇਹਦੇ ਉੱਤੇ ਹੀ ਗੱਲ ਕੀਤੀ ਸੀ, ਇਹਦੇ ਮੁਤਲਕ ਗੱਲਬਾਤ ਕੀਤੀ ਸੀ। ਜਾਣਨਾ ਚਾਹਿਆ ਸੀ ਕਿ ਕਿਹੜੀਆਂ ਕਮੀਆਂ ਨੇ, ਕਿਹੜੇ ਕਾਰਨ ਨੇ, ਜਿਹੜੇ ਜ਼ਿੰਮੇਦਾਰ ਨੇ, ਕੌਣ ਹੈ ਇਸ ਸਾਰੇ ਊਣਤਾਈ ਦੇ ਪਿੱਛੇ, ਕੌਣ ਹੈ ਇਸ ਸਾਰੇ ਜੋ ਇੱਕ ਸਮੱਸਿਆ ਲੋਕਾਂ ਨੂੰ ਆ ਰਹੀ ਹੈ, ਜ਼ਿੰਮੇਦਾਰ ਕੌਣ ਹੈ। ਆਸ ਉਮੀਦ ਕਰਦੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਵੇਗੀ। ਲਗਾਤਾਰ ਬਣੇ ਰਹੋ ਫਾਸਟ ਪੇ ਨਿਊਜ਼ ਦੇ ਨਾਲ। ਧੰਨਵਾਦ।